जी आए ਨੂੰ ਪਿਆਰੇ ਵਿਦਿਆਰਥੀਓ पंजाब स्टेट एजुकेशन बोर्ड की 10वीं जमात की अंग्रेजी की किताब इंग्लिश मेन कोर्स बुक उसका लैसन नंबर 4 अ गिफ्ट फॉर क्रिसमस इस लैसन की ग्रैमर एक्सरसाइजेज इस वीडियो में करन जा रहे हैं। सो तुसी सारे नोटबुक और पेन ले लो तो आंसर्स को नोट डाउन कर लो और मेक श्योर यह गल यकीनी बनाओ कि तुसी यह सारी एक्सरसाइज को बिना देखे अपने आप करने का अभ्यास भी जरूर करना है। तो नाल दे नाल इसी चैनल के उत्ते ਤੁਹਾਨੂੰ ਤੁਹਾਡੀ 10ਵੀਂ ਜਮਾਤ ਦੀਆਂ 3 ਪਲੇਲਿਸਟਾਂ ਹੋਰ ਮਿਲ ਜਾਣਗੀਆਂ। ਇੱਕ ਹੈਗੀ ਹੈ 10th ਸਾਇੰਸ, ਦੂਜੀ ਹੈ 10th ਮੈਥ ਤੇ ਤੀਜੀ ਹੈ 10th ਮੈਥ ਨੋਟਸ। ਸੋ ਤੁਹਾਡੀਆਂ ਮੈਥ ਦੀਆਂ, ਗਣਿਤ ਦੀਆਂ ਅਤੇ ਵਿਗਿਆਨ ਦੀਆਂ, ਸਾਇੰਸ ਦੀਆਂ ਲੋੜਾਂ ਵੀ ਇਸੇ ਚੈਨਲ ਤੇ ਪੂਰੀਆਂ ਹੋ ਜਾਣਗੀਆਂ। ਸੋ ਸ਼ੁਰੂ ਕਰੀਏ ਗ੍ਰਾਮਰ ਐਕਸਰਸਾਈਜ਼ਸ। ਸੋ ਕਹਿੰਦੇ ਲੁੱਕ ਐਟ ਦੀ ਸੈਂਟੈਂਸਸ, ਵਾਕਾਂ ਵੱਲ ਦੇਖੋ। ਸ਼ੀ ਪੁੱਟ ਔਨ ਹਰ ਓਲਡ ਬਰਾਊਨ हैट, उन्हें अपनी पुरानी पूरा टोप पाया। सो पुट ऑन का मतलब होता पाना। डेला गॉट ऑफ दी टेबल एंड मूव्ड टुवर्ड्स हिम। डेला गॉट ऑफ मैंने टेबल तो परे हुई, टेबल तो उतरी, बैठी हुई सी ना। गॉट ऑफ ਜਿਹੜਾ ऑफ है सैपरेशन का, खिंडन का, टुटन का प्रतीक है। गॉट ऑफ भी पहले टेबल नाल संबंध जुड़िया सीगा, फिर उतों अलग हो गई अर्थात उतर गई। दी टेबल एंड मूव टुवर्ड्स हिम ਅਤੇ ਉਹਦੇ ਵੱਲ ਗਈ। ਕਹਿੰਦੇ ਵੈਨ ਅ ਪ੍ਰੈਪੋਜੀਸ਼ਨ, ਇਹ ਪ੍ਰੈਪੋਜੀਸ਼ਨ ਨੇ ਔਨ ਤੇ ਆਫ, ਦੋਨੋਂ ਪ੍ਰੈਪੋਜੀਸ਼ਨ ਨੇ। ਔਰ ਐਨ ਐਡਵਰਬ ਇਜ਼ ਪਲੇਸਡ ਆਫਟਰ ਅ ਵਰਬ, ਪੁੱਟ ਵੀ ਵਰਬ ਹੈ ਤੇ ਗੋਟ ਵੀ ਵਰਬ ਹੈ। ਜਦੋਂ ਪ੍ਰੈਪੋਜੀਸ਼ਨ ਵਰਬ ਤੋਂ ਬਾਅਦ ਲਿਖਿਆ ਜਾਂਦਾ ਹੈ ਪਲੇਸਡ ਆਫਟਰ ਅ ਵਰਬ ਦੀ ਫਰੇਜ਼, ਫਿਰ ਇੱਕ ਮੁਹਾਵਰਾ ਬਣ ਜਾਂਦਾ ਹੈ, ਸ਼ਬਦ ਜੋੜ ਬਣ ਜਾਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਫਰੇਜ਼ ਬਣ ਜਾਂਦਾ ਹੈ। ਸੋ ਫਾਊਂਡ ਇਸ ਤਰ੍ਹਾਂ ਬਣਿਆ ਹੋਇਆ ਗਿਵਜ਼ ਅ ਵੈਰਾਈਟੀ ਆਫ ਮੀਨਿੰਗਸ, ਇਹ ਭਾਂਤ ਭਾਂਤ ਦੇ ਮਤਲਬ ਦਿੰਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਪੁੱਟ ਔਨ ਦਾ ਮਤਲਬ ਹੈ ਪਾਣਾ, ਗॉट ऑफ ਦਾ ਮਤਲਬ ਹੁੰਦਾ ਉਤਰਨਾ। ਠੀਕ ਹੈ, ਆਓ ਦੇਖੀਏ ਹੁਣ ਅੱਗੇ। ਕਹਿੰਦੇ ਨਾਓ ਫਿਲ ਇਨ ਦੀ ਬਲੈਂਕਸ ਵਿਦ ਦੀ ਫਰੇਜ਼ਸ ਗਿਵਨ ਬਿਲੋ। ਹੁਣ ਫਰੇਜ਼ਸ ਦਿੱਤੇ ਨੇ। ਪੁੱਟ ਆਫ ਦਾ ਮਤਲਬ ਹੁੰਦਾ ਟਾਲਣਾ। ਠੀਕ ਹੈ, ਪੁੱਟ ਆਊਟ ਦਾ ਮਤਲਬ ਹੁੰਦਾ ਬੰਦ ਕਰਨਾ, ਬੁਝਾਉਣਾ। ਪੁੱਟ ਔਨ ਮੈਨੇ ਪਾਉਣਾ, ਪਾਉਣਾ ਵੀ ਹੁੰਦਾ ਤੇ ਔਨ ਕਰਨਾ ਵੀ ਹੁੰਦਾ। ਉਹ ਨਹੀਂ ਦੇਖਾਂਗੇ ਅੱਗੇ ਜਾ ਕੇ, ਦੇਖੋ ਤੁਸੀਂ ਦੇਖਣਾ। पुट फॉरवर्ड मैंने पेश करना, मोहरे रखना। लुक अहेड लंबी सोच सोचना, अगांह दी सोचना। लुक आफ्टर देख रेख करनी, सेवा संभाल करनी। लुक आउट निगाह रखनी। लुक अप देखना। ठीक है, आओ देखिए हुण। विल यू लुक आफ्टर माई डॉग वैन आई एम अवे। वैन आई एम अवे जदों मैं परे होवांगा, जदों मैं इत्थे नहीं होवांगा, की तुसी मेरे कुत्ते दी देख रेख करोगे। विल यू लुक आफ्टर देख रेख करनी, सेवा संभाल करनी। माई डॉग मेरे कुत्ते दी। वैन आई एम अवे जदों मैं इत्थे नहीं होवांगा, अवे मैंने दूर होवांगा अर्थात जिथे मैं रहना उत्थे नहीं होवांगा। सो वैन आई एम अवे विल यू लुक आफ्टर माई डॉग वैन आई एम अवे, की तुसी मेरे कुत्ते दी सेवा संभाल करोगे जदों मैं इत्थे नहीं होवांगा। यू शुड लुक अहेड, तुहानूं लंबी सोच सोचनी चाहिदी है, तुहानूं अगांह दा देखना चाहिए। लुक अहेड मैंने ਇਹ ਸਾਹਮਣੇ ਜਿੰਨਾ ਨਜ਼ਰ ਆ ਰਿਹਾ ਵੀ ਹਾਲੇ ਹੁਣ ਦਾ ਨਾ ਸੋਚ, ਸ਼ਾਰਟ ਟਰਮ ਨਾ ਸੋਚ, ਲੰਬੀ ਸੋਚ। 5 ਸਾਲ ਬਾਅਦ ਕੀ ਹੋਣਾ ਹੈ, 10 ਸਾਲ ਬਾਅਦ ਕੀ ਹੋਣਾ ਹੈ, ਇਸ ਢੰਗ ਨਾਲ ਜਦ ਕਹਿੰਦੇ ਲੁੱਕ ਅਹੈਡ। ਯੂ ਸ਼ੁੱਡ ਲੁੱਕ ਅਹੈਡ ਐਂਡ ਮੇਕ ਪਲਾਨਸ ਫॉर ਯੂਅਰ ਫਿਊਚਰ, ਅਤੇ ਆਪਣੇ ਭਵਿੱਖ ਲਈ ਤੈਨੂੰ ਕੋਈ ਜੁਗਾੜ ਕਰਨਾ ਚਾਹੀਦਾ। ਮੇਕ ਪਲਾਨ ਨਾਲ ਜੁਗਾੜ ਕਰਨਾ ਚਾਹੀਦਾ ਹੈ, ਕੋਈ ਬੰਦੋਬਸਤ ਕਰਨਾ ਚਾਹੀਦਾ ਹੈ, ਕੋਈ ਵਿਉਂਤਬੰਦੀ ਕਰਨੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ ਨਾ। ਵਾਈਲ ਸਵਿਮਿੰਗ ਇਨ ਦੀ ਸੀ, ਸਮੁੰਦਰ ਵਿੱਚ ਤਰਦੇ ਹੋਏ। ਵਾਈਲ ਸਵਿਮਿੰਗ ਦ ਸੀ, ਸਮੁੰਦਰ ਵਿੱਚ ਤੁਰਦੇ ਹੋਏ। ਲੁੱਕ ਆਊਟ ਫॉर ਸ਼ਾਰਕਸ, ਸ਼ਾਰਕ ਵਿੱਚ ਇੱਕ ਮੱਛੀ ਹੁੰਦੀ ਹੈ ਤਿੱਖੇ ਦੰਦਾਂ ਵਾਲੀ, ਆਰੀ ਵਰਗੇ ਦੰਦ ਹੁੰਦੇ ਨੇ, ਤੇ ਹਰ ਸਾਲ ਬੜੇ ਬੰਦੇ ਸਮੁੰਦਰ 'ਚ ਤਰਦੇ ਹੋਏ ਆਸਟ੍ਰੇਲੀਆ ਵਿੱਚ ਕਈ ਹੋਰ ਦੇਸ਼ਾਂ ਵਿੱਚ ਮਰਦੇ ਨੇ, ਸ਼ਾਰਕਾਂ ਦੇ ਸ਼ਿਕਾਰ ਹੋ ਜਾਂਦੇ ਨੇ। ਜਿਹੜਾ ਜੰਗਲਾਂ ਵਿੱਚ ਸ਼ੇਰ ਸ਼ਿਕਾਰ ਕਰ ਲੈਂਦਾ, ਇਸੇ ਤਰ੍ਹਾਂ ਸਮੁੰਦਰ ਦੇ ਵਿੱਚ ਸ਼ਾਰਕ ਮੱਛੀ ਜਿਹੜੀ ਹੈ ਇਹ ਜਾਨਵਰ ਨੂੰ ਖਾ ਜਾਂਦੀ, ਬੰਦੇ ਨੂੰ ਵੀ ਖਾ ਜਾਂਦੀ ਹੈ। ਸੋ ਲੁੱਕ ਆਊਟ ਫॉर ਸ਼ਾਰਕ ਅਰਥਾਤ ਨਿਗਾਹ ਰੱਖਿਓ। ਵਾਈਲ ਸਵਿਮਿੰਗ ਇਨ ਦ ਸੀ, ਸਮੁੰਦਰ ਵਿੱਚ ਤਰਦੇ ਹੋਏ। ਲੁੱਕ ਆਊਟ ਫॉर ਸ਼ਾਰਕਸ, ਸ਼ਾਰਕਾਂ ਵੱਲੋਂ ਚੁਕੰਨੇ ਰਹਿਓ ਅਰਥਾਤ ਨਿਗਾਹ ਰੱਖਿਓ, ਦੇਖ ਰੇਖ ਰੱਖਿਓ, ਚੁਕੰਨੇ ਰਹਿਓ, ਸਾਵਧਾਨ ਰਹਿਓ। ਫਿਰ ਆ ਗਿਆ he was depressed, he was depressed, ਉਹ ਨਿਰਾਸ਼ ਸੀ, ਉਦਾਸ ਸੀ। ਕਦੋਂ? ਆਫਟਰ ਹਿਜ਼ ਐਕਸੀਡੈਂਟ, ਉਹਦੇ ਨਾਲ ਜੋ ਹਾਦਸਾ ਵਾਪਰਿਆ, ਉਹਦਾ ਜੋ ਐਕਸੀਡੈਂਟ ਹੋਇਆ ਉਸ ਤੋਂ ਬਾਅਦ। ਬਟ ਵਿਦ ਟਾਈਮ, ਪਰ ਹੁਣ ਸਮੇਂ ਦੇ ਨਾਲ। ਬਟ ਵਿਦ ਟਾਈਮ, ਪਰ ਸਮੇਂ ਦੇ ਨਾਲ। ਲਾਈਫ ਬਿਗਨ ਟੂ ਲੁੱਕ ਅਪ, ਲੁੱਕ ਅਪ ਮੈਨੇ ਜ਼ਿੰਦਗੀ ਹੁਣ ਉੱਪਰ ਉੱਠਣੀ ਅਰਥਾਤ ਉਹਦੀ ਹਾਲਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਹੁਣ ਆਸ ਬਚਣੀ ਸ਼ੁਰੂ ਹੋ ਗਈ ਹੈ।
ਇਹ ਆਮ ਤੌਰ ਤੇ ਅਸੀਂ ਉੱਦਾਂ ਹੀ ਵਰਤ ਰਹੇ ਜਿੱਦਾਂ ਬੰਦਾ ਕਵੇ ਨਾ ਮਾਈ ਬਿਜ਼ਨਸ ਵਾਜ਼ ਡਾਊਨ, ਮੇਰਾ ਕੰਮ ਪਹਿਲੇ ਬੜਾ ਮੱਠਾ ਸੀ ਬਟ ਨਾਓ ਥਿੰਗਸ ਆਰ ਲੁਕਿੰਗ ਅਪ, ਪਰ ਹੁਣ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਸੋ ਲੁੱਕਅਪ ਦਾ ਮਤਲਬ ਹੁੰਦਾ ਹੈ ਖਸਤਾ ਹਾਲਤ ਤੋਂ ਚੰਗੇ ਵਾਲੇ ਪਾਸੇ ਦਾ ਸਫ਼ਰ। ਬਿਗਨ ਟੂ ਲੁੱਕ ਅਪ, ਲੁੱਕਅਪ ਦਾ ਮਤਲਬ ਦੇਖਣਾ ਵੀ ਹੁੰਦਾ, ਜਿੱਦਾਂ ਅਸੀਂ ਕਹਿੰਦੇ ਲੁੱਕਅਪ ਦਿਸ ਵਰਡ ਇਨ ਅ ਡਿਕਸ਼ਨਰੀ, ਮਤਲਬ ਇਹ ਸ਼ਬਦ ਨੂੰ ਜ਼ਿੰਦਗੀ ਆਪਣਾ ਡਿਕਸ਼ਨਰੀ ਵਿੱਚ ਦੇਖੋ, ਠੀਕ ਹੈ ਨਾ। ਸੋ ਲੁੱਕਅਪ ਦੇ ਵਿੱਚ ਜਿੱਦਾਂ ਦੱਸਿਆ ਉਹਨਾਂ ਨੇ ਕਿ ਫਰੇਜ਼ਿਸ ਦੇ ਕਈ ਮੀਨਿੰਗ ਬਣ ਜਾਂਦੇ ਨੇ। ਹੁਣ ਅਸੀਂ ਪੁੱਟ ਆਊਟ ਮੈਨੇ ਬੁਝਾਉਣਾ ਵੀ ਆਉਂਦਾ, ਇੱਥੇ ਆਏਗਾ ਦੇਖੋ ਪੁੱਟ ਆਊਟ ਮੈਨੇ ਬੁਝਾਉਣਾ ਤੇ ਅੱਗ ਵਾਸਤੇ ਵਰਤਿਆ ਜਾਂਦਾ, ਪੁੱਟ ਆਊਟ ਦੀ ਫਾਇਰ, ਅੱਗ ਨੂੰ ਬੁਝਾ ਦੇਵੋ, ਠੀਕ ਹੈ। ਤੇ ਹੁਣ ਅੱਗੇ ਪੁੱਟ ਔਨ ਲਾਈਟ, ਹੁਣ ਪੁੱਟ ਔਨ ਮੈਨੇ ਪਾਣਾ ਵੀ ਹੁੰਦਾ, ਜਿੱਦਾਂ ਪੁੱਟ ਔਨ ਯੋਰ ਕਲੋਥਸ, ਪੁੱਟ ਔਨ ਯੋਰ ਸਵੈਟਰ, ਸ਼ੀ ਪੁੱਟ ਔਨ ਹਰ ਹੈਟ, ਉਹਨੇ ਆਪਣਾ ਟੋਪ ਪਾਇਆ। ਪਰ ਇੱਥੇ ਪੁੱਟ ਔਨ ਦੀ ਲਾਈਟ, ਲਾਈਟ ਜਗਾ ਦੇਵੋ। ਅਸੀਂ ਪੁੱਟ ਔਨ ਦੀ ਜਗ੍ਹਾ ਸਵਿਚ ਔਨ ਵੀ ਕਹਿ ਸਕਦੇ ਹਾਂ, ਸਵਿਚ ਔਨ ਦੀ ਲਾਈਟ, ਪੁੱਟ ਔਨ ਦੀ ਲਾਈਟ ਅਰਥਾਤ ਬੱਤੀ ਜਗਾ ਦਿਓ। ਆਈ ਵਾਂਟ ਟੂ ਰੀਡ, ਮੈਂ ਪੜ੍ਹਨਾ ਚਾਹੁੰਦਾ, ਮੈਂ ਅਰਥਾਤ ਕਿਤਾਬ ਪੜ੍ਹਨੀ ਹੈ ਕੋਈ, ਠੀਕ ਹੈ। ਪੁੱਟ ਆਊਟ ਦੀ ਲਾਈਟ, ਲਾਈਟ ਬੁਝਾ ਦੇਵੋ। ਆਈ ਵਾਂਟ ਟੂ ਸਲੀਪ, ਮੈਂ ਸੋਣਾ ਹੈ, ਮੈਂ ਸੋਣਾ ਚਾਹੁੰਦਾ, ਠੀਕ ਹੈ। ਆਈ ਸ਼ੈਲ ਪੁੱਟ ਆਫ ਮਾਈ ਵਿਜ਼ਿਟ ਟੂ ਦਿੱਲੀ ਟਿਲ ਦੀ ਵੈਦਰ ਇਜ਼ ਫਾਈਨ, ਇਹਦਾ ਮਤਲਬ ਕੀ ਹੋਇਆ, ਆਈ ਸ਼ੈਲ ਪੁੱਟ ਆਫ ਮਾਈ ਵਿਜ਼ਿਟ ਟੂ ਦਿੱਲੀ, ਮੈਂ ਆਪਣਾ ਦਿੱਲੀ ਦਾ ਜਿਹੜਾ ਸਫ਼ਰ ਹੈ, ਦਿੱਲੀ ਜਿਹੜਾ ਜਾਣਾ ਹੈ ਉਹਨੂੰ ਟਾਲ ਦੇਵਾਂਗਾ, ਅੱਗੇ ਪਾ ਦੇਵਾਂਗਾ। ਕਦੋਂ ਤਾਈਂ, ਟਿਲ ਦੀ ਵੈਦਰ ਇਜ਼ ਫਾਈਨ, ਜਦੋਂ ਤੱਕ ਮੌਸਮ ਸੋਹਣਾ ਨਹੀਂ ਹੋ ਜਾਂਦਾ। ਆਈ ਸ਼ੈਲ ਪੁੱਟ ਆਫ ਮਾਈ ਵਿਜ਼ਿਟ ਟੂ ਦਿੱਲੀ ਟਿਲ ਦੀ ਵੈਦਰ ਇਜ਼ ਫਾਈਨ ਅਰਥਾਤ ਜਦੋਂ ਤਾਈਂ ਮੌਸਮ ਠੀਕ ਸੋਹਣਾ ਨਹੀਂ ਹੋ ਜਾਂਦਾ, ਮੈਂ ਆਪਣੀ ਜੋ ਦਿੱਲੀ ਜਾਣ ਦਾ ਮੇਰਾ ਜੋ ਪ੍ਰੋਗਰਾਮ ਹੈ ਉਹਨੂੰ ਮੈਂ ਅਗਾਂਹ ਪਾ ਦੇਵਾਂਗਾ। ਸੋ ਪੁੱਟ ਆਫ ਦਾ ਮਤਲਬ ਅਗਾਂਹ ਪਾਉਣਾ, ਠੀਕ ਹੈ। ਦੀ ਨਿਊ ਆਫਿਸਰਸ, ਨਵੇਂ ਅਫਸਰਾਂ ਨੇ ਪੁੱਟ ਫਾਰਵਰਡ ਪੇਸ਼ ਕੀਤੇ, ਸਾਹਮਣੇ ਰੱਖੇ ਕਿ ਮੈਨੀ ਨਿਊ ਸਜੈਸ਼ਨਸ, ਬਹੁਤ ਸਾਰੀਆਂ ਨਵੀਆਂ ਮਤਲਬ ਕਿ ਸਲਾਹਾਂ ਜਾਂ ਸੁਝਾਅ, ਸਜੈਸ਼ਨ ਸੁਝਾਅ, ਨਵੇਂ ਅਫਸਰਾਂ ਨੇ ਬਹੁਤ ਸਾਰੇ ਨਵੇਂ ਸੁਝਾਅ ਮੂਹਰੇ ਰੱਖੇ, ਸਾਹਮਣੇ ਪੇਸ਼ ਕੀਤੇ, ਉਹਨੂੰ ਕਿਹਾ ਜਾਂਦਾ ਪੁੱਟ ਫਾਰਵਰਡ, ਠੀਕ ਹੈ। ਅੱਗੇ ਚਲੀਏ, ਕਹਿੰਦੇ ਕਰੈਕਟ ਦੀ ਫੋਲੋਇੰਗ ਸੈਂਟੈਂਸਿਸ ਅਰਥਾਤ ਹੇਠ ਲਿਖੇ ਵਾਕਾਂ ਨੂੰ ਦਰੁਸਤ ਕਰੋ, ਇਹਨਾਂ 'ਚ ਗਲਤੀ ਹੈ। ਸੋ ਗਲਤੀ ਕਿੱਥੇ ਹੈਗੀ, ਐਰਰਸ ਇਨ ਦੀ ਯੂਜ਼ ਆਫ ਪ੍ਰੈਪੋਜੀਸ਼ਨਸ, ਜਿਹੜੇ 'ਚ ਪ੍ਰੈਪੋਜੀਸ਼ਨ ਵਰਤੇ ਗਏ ਨੇ ਉਹ ਗਲਤ ਵਰਤੇ ਗਏ ਨੇ, ਉਹਦੀ ਥਾਂ ਤੇ ਠੀਕ ਕਰੋ। ਤੇ ਬੱਚੇ ਜਿਹੜੇ ਗਲਤ ਨੇ ਮੈਂ ਉਹਨੂੰ ਵੀ ਬੋਲਡ ਕਰ ਦਿੱਤਾ ਹੈ, ਕਾਲਾ ਕਰ ਦਿੱਤਾ ਹੈ, ਗੂੜਾ ਕਰ ਦਿੱਤਾ ਹੈ, ਤੇ ਉਹਦੀ ਥਾਂ ਜੋ ਠੀਕ ਲਿਖਿਆ ਉਹਨੂੰ ਵੀ ਮੈਂ ਗਾੜਾ ਕਰ ਦਿੱਤਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਟੂ ਸੇਵ ਦੀ ਚਾਈਲਡ ਹੀ ਜੰਪਡ ਇਨ ਦੀ ਵੈਲ, ਬੱਚੇ ਨੂੰ ਬਚਾਉਣ ਦੀ ਖਾਤਰ ਉਹਨੇ ਖੂਹ ਵਿੱਚ ਛਾਲ ਮਾਰ ਦਿੱਤੀ। ਜਦੋਂ ਇਹਦਾ ਐਕਸ਼ਨ ਹੋ ਰਿਹਾ ਹੋਵੇ, ਰੈਸਟ ਵਿੱਚ ਨਹੀਂ ਹੈ, ਉਹਨੇ ਛਾਲ ਮਾਰੀ, ਤਾਂ ਅਸੀਂ ਇਨਟੂ ਵਰਤਦੇ ਹਾਂ। ਇਨ ਹੁੰਦਾ ਜਦੋਂ ਚੀਜ਼ ਖਲੋਤੀ ਹੈ, ਰੈਸਟ ਤੇ ਹੈ, ਆਰਾਮ ਤੇ ਹੈ, ਜਿੱਦਾਂ ਹੀ ਇਜ਼ ਇਨ ਹਿਜ਼ ਰੂਮ, ਉਹ ਆਪਣੇ ਕਮਰੇ ਵਿੱਚ ਹੈ। ਤੇ ਜੇ ਕਹੋ ਹੀ ਐਂਟਰਡ ਇਨਟੂ ਹਿਜ਼ ਰੂਮ, ਉਹਨੇ ਆਪਣੇ ਕਮਰੇ ਵਿੱਚ ਪ੍ਰਵੇਸ਼ ਕੀਤਾ, ਤਾਂ ਅਸੀਂ ਕਹਾਂਗੇ ਇਨਟੂ, ਜਦੋਂ ਐਕਸ਼ਨ ਹੋ ਰਿਹਾ। ਸੋ ਇੱਥੇ ਐਕਸ਼ਨ ਹੈ, ਉਹਨੇ ਛਾਲ ਮਾਰੀ। ਟੂ ਸੇਵ ਦਾ ਚਾਈਲਡ ਹੀ ਜੰਪਡ ਇਨਟੂ ਦੀ ਵੈਲ, ਤੇ ਇਨ ਗਲਤ ਹੈ, ਇਨਟੂ ਆਏਗਾ। ਯੂ ਹੈਵ ਟੂ ਆਨਸਰ ਔਨ ਯੋਰ ਮਿਸਬਿਹੇਵੀਅਰ, ਮਿਸਬਿਹੇਵੀਅਰ ਹੁੰਦਾ ਬਦਤਮੀਜ਼ੀ, ਤੈਨੂੰ ਆਪਣੀ ਬਦਤਮੀਜ਼ੀ ਦਾ ਜਵਾਬ ਦੇਣਾ ਪਏਗਾ। ਸੋ ਇੱਥੇ ਔਨ ਨਹੀਂ ਵਰਤਿਆ ਜਾਂਦਾ, ਯੂ ਹੈਵ ਟੂ ਆਨਸਰ ਫॉर ਯੋਰ ਮਿਸਬਿਹੇਵੀਅਰ, ਤੈਨੂੰ ਆਪਣੀ ਬਦਤਮੀਜ਼ੀ ਲਈ ਜਵਾਬ ਦੇਣਾ ਪਏਗਾ, ਦੱਸਣਾ ਪਏਗਾ ਵੀ ਤੂੰ ਇਦਾਂ ਦਾ ਬਿਹੇਵੀਅਰ ਕਿਉਂ ਕੀਤਾ। ਹੀ ਡਿਡ ਨਾਟ ਐਗਰੀ ਵਿਦ ਮਾਈ ਪ੍ਰਪੋਜ਼ਲ, ਇਹ ਵਿਦ ਨਹੀਂ ਆਏਗਾ, ਟੂ ਆਏਗਾ। ਹੀ ਡਿਡ ਨਾਟ ਐਗਰੀ ਟੂ ਮਾਈ ਪ੍ਰਪੋਜ਼ਲ, ਵਿਦ ਬੰਦਿਆਂ ਨਾਲ ਯੂਜ਼ ਕੀਤਾ ਜਾਂਦਾ, ਜਿੱਦਾਂ ਮੈਂ ਕਹਾਂ ਹੀ ਡਿਡ ਨਾਟ ਐਗਰੀ ਵਿਦ ਮੀ, ਠੀਕ ਹੈ। ਜਾਂ ਐਗਰੀ ਦੀ ਜਗ੍ਹਾ ਅਸੀਂ ਇੱਥੇ ਟੂ ਦੀ ਜਗ੍ਹਾ ਔਨ ਵੀ ਕਰ ਸਕਦੇ ਹਾਂ, ਟੂ ਔਨ ਦਿਸ ਪੁਆਇੰਟ ਟੂ ਮਾਈ ਪ੍ਰਪੋਜ਼ਲ ਹੈ। ਔਰ ਮੈਂ ਇੱਕ ਜਗ੍ਹਾ ਦੇਖਿਆ, ਕਈ ਜਗ੍ਹਾ ਅਖਬਾਰਾਂ 'ਚ ਵੀ ਦੇਖਿਆ ਜਾਂ ਹੋਰ ਲੇਖਾਂ 'ਚ ਦੇਖਿਆ, ਅੱਜ ਕੱਲ੍ਹ ਵਿਦ ਵੀ ਵਰਤਿਆ ਜਾਣ ਲੱਗ ਗਿਆ। ਸੋ ਇੱਥੇ ਤੇ ਗਲਤ ਹੈ, ਪਰ ਆਮ ਮੈਨੂੰ ਯਾਦ ਹੈ ਸਾਡੇ ਸਕੂਲ ਵਿੱਚ ਅਸੀਂ ਪੜ੍ਹਿਆ ਸੀ, ਯੂ ਐਗਰੀ ਵਿਦ ਅ ਪਰਸਨ ਟੂ ਅ ਪ੍ਰਪੋਜ਼ਲ ਔਨ ਅ ਪੁਆਇੰਟ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਸੀਂ ਔਨ ਅ ਪੁਆਇੰਟ ਐਗਰੀ ਕਰਦੇ ਹਾਂ, ਟੂ ਪ੍ਰਪੋਜ਼ਲ ਐਗਰੀ ਕਰਦੇ ਹਾਂ, ਤੇ ਬੰਦੇ ਨਾਲ ਵਿਦ ਆਉਂਦਾ ਹੈ, ਠੀਕ ਹੈ। ਸੋ ਹੀ ਡਿਡ ਨਾਟ ਐਗਰੀ ਵਿਦ ਮਾਈ ਪ੍ਰਪੋਜ਼ਲ ਨਹੀਂ ਆਏਗਾ, ਹੀ ਡਿਡ ਨਾਟ ਐਗਰੀ ਟੂ ਮਾਈ ਪ੍ਰਪੋਜ਼ਲ, ਉਹਨੇ ਮੇਰਾ ਜਿਹੜਾ ਪ੍ਰਸਤਾਵ ਸੀਗਾ, ਜਿਹੜਾ ਮੇਰਾ ਸੁਝਾਅ ਸੀ, ਜਿਹੜਾ ਮੇਰਾ ਆਈਡੀਆ ਸੀ, ਉਹਦੇ ਨਾਲ ਉਹਨੇ ਸਹਿਮਤੀ ਨਹੀਂ ਪ੍ਰਗਟਾਈ, ਉਹਦੇ ਨਾਲ ਸਹਿਮਤ ਨਹੀਂ ਹੋਇਆ। ਵੀ ਸ਼ੁੱਡ ਅਬਾਈਡ ਵਿਦ ਦੀ ਡਿਸੀਜਨ ਆਫ ਦੀ ਮੈਨੇਜਮੈਂਟ, ਮੈਨੇਜਮੈਂਟ ਮੈਨੇ ਪ੍ਰਬੰਧਨ, ਸਾਨੂੰ ਪ੍ਰਬੰਧਨ ਦੇ ਫੈਸਲੇ ਦਾ ਪਾਲਣਾ ਕਰਨਾ ਚਾਹੀਦੀ ਹੈ। ਸੋ ਡਿਸੀਜਨ ਹੁੰਦਾ ਹੈ ਫੈਸਲਾ, ਕਿਹਦਾ ਫੈਸਲਾ, ਆਫ ਦੀ ਮੈਨੇਜਮੈਂਟ, ਜੋ ਪ੍ਰਬੰਧਕੀ ਬੋਰਡ ਹੈ ਜਾਂ ਪ੍ਰਬੰਧਨ ਹੈ ਜੋ ਉਹਨਾਂ ਨੇ ਫੈਸਲਾ ਕੀਤਾ ਹੈ। ਅਵਾਇਡ ਬਾਏ ਹੁੰਦਾ, ਅਵਾਇਡ ਵਿਦ ਕਦੀ ਨਹੀਂ ਹੁੰਦਾ, ਅਵਾਇਡ ਬਾਏ ਹੁੰਦਾ ਪਾਲਣਾ ਕਰਨੀ। ਵੀ ਸ਼ੁੱਡ ਅਵਾਇਡ ਬਾਏ ਦੀ ਰੂਲਸ, ਸਾਨੂੰ ਜਿਹੜੇ ਅਸੂਲ ਬਣੇ ਨੇ, ਕਾਨੂੰਨ ਬਣੇ ਨੇ, ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਠੀਕ ਹੈ। ਅ ਗੁੱਡ ਸਿਟੀਜ਼ਨ ਆਲਵੇਜ਼ ਅਵਾਇਡਸ ਬਾਏ ਦੀ ਰੂਲਸ, ਅਰਥਾਤ ਜਿਹੜਾ ਚੰਗਾ ਸ਼ਹਿਰੀ ਹੈ
वो हमेशा कानून की पालना करता है। सो अबाइड बाय का मतलब है कानून की पालना करनी। बच्चों सारिਆਂ ਨੂੰ ਰੱਟਾ ਲਾ ਲਓ, ਇਹ ਬੜੀ ਵਧੀਆ ਚੀਜ਼ਾਂ ਨੇ, ਤੁਹਾਡੀ ਅੰਗਰੇਜ਼ੀ ਬਹੁਤ ਇੰਪਰੂਵ ਹੋ ਜਾਏਗੀ। ਜਦੋਂ ਮੈਂ ਸਕੂਲ ਸੀ 10ਵੀਂ 'ਚ, ਮੈਂ ਇੱਦਾਂ ਦੇ ਕਰੀਬ 200-250 ਨੂੰ ਕਿਤਾਬ 'ਚੋਂ ਲੈ ਕੇ ਸੈਰਾਂ ਕਰਦੇ ਕਰਦੇ ਆਪਣੀ ਛੱਤ ਤੇ ਮੈਂ ਰੱਟੇ ਲਾ ਲਏ ਸੀਗੇ। ਸੋ ਬਾਰ-ਬਾਰ ਪੜ੍ਹਦਾ ਗਿਆ, ਖਰੇ 25-30 ਵਾਰ ਪੜ੍ਹੇ ਹੋਣੇ, ਉੱਚੀ ਉੱਚੀ ਪੜ੍ਹਿਆ ਰੱਟੇ ਲਾਏ ਤੇ ਫਿਰ ਮੇਰੇ ਮੂੰਹ ਚੜ੍ਹ ਗਏ, ਕਿਉਂਕਿ ਇਹਨਾਂ ਦਾ ਕਿਤੇ ਕਿਤੇ ਤੇ ਅਸੂਲ ਹੈਗੇ ਨੇ, ਪਰ ਕਿਤੇ ਕੋਈ ਅਸੂਲ ਨਹੀਂ, ਇਹ ਬਣ ਗਏ ਨੇ ਤੇ ਇਦਾਂ ਤੁਹਾਨੂੰ ਇਹ ਯਾਦ ਕਰਨੇ ਹੀ ਪੈਣਗੇ। ਠੀਕ ਹੈ। ਸੋ ਵੀ ਸ਼ੁਡ ਅਬਾਈਡ ਬਾਈ ਦੀ ਡਿਸੀਜਨ ਆਫ ਦੀ ਮੈਨੇਜਮੈਂਟ। ਹੀ ਹੈਜ਼ ਬੀਨ ਅਕਿਊਜ਼ਡ ਫॉर ਥੈਫਟ। ਅਕਿਊਜ਼ਡ ਫॉर ਕਦੀ ਨਹੀਂ ਹੁੰਦਾ, ਅਕਿਊਜ਼ਡ ਆਫ ਹੁੰਦਾ ਹੈ, ਯਾਦ ਰੱਖਣਾ, ਅਕਿਊਜ਼ਡ ਨਾਲ ਆਫ ਹੁੰਦਾ ਹੈ। ਹੀ ਹੈਜ਼ ਬੀਨ ਅਕਿਊਜ਼ਡ ਆਫ ਥੈਫਟ। ਥੈਫਟ ਹੁੰਦੀ ਚੋਰੀ, ਅਰਥਾਤ ਉਹਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਾ ਹੈ। ਅਕਿਊਜ਼ ਹੁੰਦਾ ਹੈ ਇਲਜ਼ਾਮ ਲਾਉਣਾ, ਅਕਿਊਜ਼ਡ ਆਫ ਅਰਥਾਤ ਉਹ ਇਲਜ਼ਾਮ ਦਾ ਸ਼ਿਕਾਰ ਹੈ, ਉਹ ਤੇ ਇਲਜ਼ਾਮ ਲੱਗਾ ਹੈ। He has been accused of theft, ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਾ ਹੈ। You must apologize from the boss on your misbehavior, ਇਹ ਗਲਤ ਹੈ। You must apologize to the boss, ਤੈਨੂੰ ਬੌਸ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। Apologize ਹੁੰਦੀ ਮਾਫੀ ਮੰਗਣੀ, ਕਾਹਦੇ ਲਈ? For ਲਈ, your ਤੇਰੀ, misbehavior ਬਦਤਮੀਜ਼ੀ, ਤੈਨੂੰ ਆਪਣੀ ਬਦਤਮੀਜ਼ੀ ਲਈ ਬੌਸ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। फिर आ गया द स्टूडेंट एश्योर्ड द टीचर विद हिज ऑनेस्टी, गलत है, विद नहीं आएगा, ऑफ आएगा। द टीचर एश्योर्ड, एश्योर्ड मैंने यकीन दवाया, तसल्ली दवाई। स्टूडेंट ने किहनूं तसल्ली दवाई? टीचर नूं, कादी? ऑफ हिज ऑनेस्ट, अपनी ईमानदारी दी। विद्यार्थी ने अध्यापक नूं अपनी ईमानदारी दी तसल्ली दवाई, यकीन दवाया। ठीक है। डेला वाज एब्जॉर्ब्ड विद हर स्टडीज़, विद नहीं आंदा, एब्जॉर्ब के नाल हमेशा इन आंदा है। डेला वाज एब्जॉर्ब्ड इन हर स्टडीज़, एब्जॉर्ब्ड इन होंदा खुब्बी हुई सी, भी ਉਹਦੇ आले दुआले कोई आवाज़ आई, कोई लंघ गया, ਉਹਨੂੰ पता ही नहीं लगा, इन्नी खुब्बी हुई सी। अर्थात डेला वाज एब्जॉर्ब्ड इन हर स्टडीज़ का मतलब है ਉਹ अपनी पढ़ाई विच खुब्बी हुई सी। एब्जॉर्ब्ड इन जिहड़ा होंदा बंदा खुब्बिया होवे किसी काम च। The nurse is attending near your father, नहीं attending near नहीं होंदा, attending to your father। The nurse is attending to your father, नर्स तुहाडे पिता जी की सेवा कर रही है। अटेंड टू होंदा है ख्याल रखना, सेवा करनी, दवाई पानी होर जो तुहाडी लोड़ां है उन्होंने अटेंड करना, उन्होंने देखना, उसदी पूरियां करनी लोड़ां, उन्होंने क्या जाना टू अटेंड टू, ख्याल रखना। द नर्स इज अटेंडिंग टू योर फादर, नर्स तुहाडे पिता जी का ख्याल रख रही है। ही इज एडिक्टेड फ्रॉम ड्रग्स नहीं होंदा, एडिक्टेड टू होंदा है। एडिक्टेड होंदा है आदि हो जाना, जिहदा नशे दे आदि हो जाना। ही इज एडिक्टेड टू ड्रग्स मैंने नशे, दवाइयां, कैप्सूल। ही इज एडिक्टेड टू ड्रग्स अर्थात वो नशियां दा आदि है। ही इज एडिक्टेड टू ड्रग्स। जे मैं कहां ही इज एडिक्टेड टू एल्कोहल, एल्कोहल नहीं शराब, वो शराब पीण दा आदि है। ठीक है। ही इज एडिक्टेड टू ड्रिंकिंग, शराब पीण दा आदि है। ही इज एडिक्टेड टू एल्कोहल। ही इज एडिक्टेड टू ओपीयम, ओपीयम होंदी है अफीम। तो ड्रग्स मैंने सारी चीज़ां आ जांदियां विच। सो इज एडिक्टेड टू ड्रग्स, वो नशियां दा आदि है। हुण आ गया बच्चों री राइट दी फॉलोइंग इन दी इनडायरैक्ट फॉर्म ऑफ नरेशन। 3 पैराग्राफ ने अड अड ते वो डायरैक्ट स्पीच विच हैगे ने, ते असीं डायरैक्ट नूं इनडायरैक्ट विच तब्दील करांगे। बड़ा रोचक है, बड़ी वधिया प्रैक्टिस हुंदी है अंग्रेजी दी इहदे नाल। सो तुसीं भी करना, मैं तुहाडे लई कर दित्ती है, पर तुसीं भी इहनूं बिना देखे करो। आओ देखिए। सो पहला है कोई इन्वर्टेड कॉमा शुरू हो गया, डायरैक्ट स्पीच है। यू हैव कट ऑफ योर हेयर, सवाल है, उन्हें पूछा तू अपने वाल कट देते? आस्क्ड जिम, जिम ने पूछा। स्पीकिंग विद डिफिकल्टी, औखे होके बोलते, बड़ी मुश्किल दे नाल ओहदे ये शब्द निकले। कैन यू कट इट ऑफ एंड सोल्ड इट, कटते ते बेचते। सेड डेला, डेला ने कहा डोंट यू लाइक मी जस्ट एज वेल, कि तू मैनूं इदां ही वालों तो बिना पसंद नहीं करता, विदाउट माई हेयर। हुण इहनूं असीं डायरैक्ट करांगे, इनडायरैक्ट करांगे। देखो जिम आस्क्ड डेला विद डिफिकल्टी, देखो आज जिम आस्क्ड डेला विद डिफिकल्टी, औखे होके पूछा, औखे होके नाराज होके नहीं, मतलब थड़ के, भी डिफिकल्टी का इत्थे मतलब है भी मुश्किल दे नाल ओहदे शब्द निकले। तो यदी जगह मैं वो शब्द वो भी वरत सकता सीगा, फिर वरते नहीं, मैं कि औखा ना हो जाए। जिम आस्क्ड डेला हैजिटेटिंगली, हैजिटेटिंगली होंदा झिझकदे होए। ठीक है। जिम आस्क्ड डेला, यहाँ कह सकते हो हैजिटेटिंगली, तो मैं रहन देता है विद डिफिकल्टी। इफ शी हैड कट ऑफ हर हेयर, कट ऑफ क्योंकि यह पास्ट टेंस है, तो हैड कट ऑफ हो जाएगा। इफ शी हैड कट ऑफ हर हेयर। डेला रिप्लाइड, और डेला ने जवाब देता है। देखो डेला रिप्लाइड दैट शी हैड कट ऑफ एंड सोल्ड दैट, कट ऑफ एंड सोल्ड, इट दा बन गया दैट, कट ऑफ एंड सोल्ड दैट। शी फर्दर आस्क्ड,
तो उन्हें सवाल पूछा, डेला ने जवाब दिता, फिर शी फर्दर आज उन्हें फिर अगे गां पूछा, इफ ही डिडंट लाइक, देखो क्योंकि सैड है सो डू दा जो डोंट दा डिड बन जाएगा, ठीक है, डू दा डिड बन जाएगा, डोंट दा डिडंट बन जाएगा। इफ ही डिडंट लाइक हर जस्ट एज वेल, इफ ही डिडंट लाइक हर, डोंट यू लाइक मी, मी कौन है, डेला है, हर हो जाएगा, ठीक है। तो यू कौन है, जिम, वो ही हो जाएगा। इफ ही डिडंट लाइक हर जस्ट एज वेल विदाउट, माई है, माई कौन है, डेला, सो हो जाएगा हर, विदाउट हर हेयर। ਇਹ ਬੱਚੇ ਬੜੀ ਇੰਪੋਰਟੈਂਟ ਚੀਜ਼ ਹੈ, ਪਰ ਇਹ ਪ੍ਰੈਕਟਿਸ ਨਾਲ ਆਉਂਦੀ ਹੈ। ਸੋ ਆਲਰੇਡੀ ਮੈਂ ਕਿਹਾ ਤੁਹਾਡੀ 9ਵੀਂ ਕਲਾਸਾਂ 'ਚ ਤੁਸੀਂ ਕੀਤਾ ਹੋਣਾ ਗ੍ਰਾਮਰ ਦੇ ਵਿੱਚ, ਤੇ ਹੁਣ ਹੋਰ ਅੱਗੇ ਹੁਣ ਪੈਰਾਗ੍ਰਾਫ ਆ ਰਹੇ ਨੇ ਇੱਦਾਂ ਦੇ, ਪਹਿਲੇ ਇਕੱਲੇ ਸੈਂਟੈਂਸ ਕੀਤੇ ਹੋਣਗੇ ਤੁਸੀਂ ਸ਼ਾਇਦ। ਹੁਣ ਆ ਗਿਆ ਨੰਬਰ 2, ਯੂ ਨੀਡn't when need not look for it said Della, ਮਤਲਬ ਕਿਸਮ ਦੀ ਉਹਨੇ ਹੁਕਮ ਕੀਤਾ ਜਾਂ ਸਟੇਟਮੈਂਟ ਦਿੱਤੀ। ਬੀ ਗੁੱਡ ਟੂ ਮੀ, ਮੇਰੇ ਨਾਲ ਚੰਗਾ ਬਣ ਕੇ ਰਹਿ, ਬਿਕੋਜ਼ ਆਈ ਡਿਡ ਇਟ ਆਲ ਫॉर ਯੂ, ਮੈਂ ਇਹ ਸਾਰਾ ਕੁਝ ਤੇਰੇ ਲਈ ਕੀਤਾ। ਹੁਣ ਇਹਨੂੰ ਕਰੀਏ ਕਨਵਰਟ ਇਨਡਾਇਰੈਕਟ ਟੂ ਇਨਡਾਇਰੈਕਟ। ਡੈਲਾ ਸਟੇਟਿਡ, ਇਹ ਕਿਸਮ ਦੀ ਸਟੇਟਮੈਂਟ ਹੈ, ਯੂ ਡਿਡ ਨਾਟ ਲੁੱਕ ਫॉर ਇਟ, ठीक है। said Della, so Della stated that there was no need to look for that, there was, क्योंकि said है, there was no need to look for that, it दा बन जाएगा that, ठीक है। फिर अगे गया, then she asked him to be good to her, then she asked him to be good to me, कौन है, Della, her, so asked him to be good to her because she had done, had done that, it means that all for him, you him बन जाएगा, she had done all that she had done that all for him, ठीक है जी। आगे चलिए, लास्ट आखिरी है पार्ट 3, मतलब कि जो पैराग्राफ 3, isn't it lovely Jim, सवाल है, मतलब एक्साइटमेंट है ये, ठीक है। I hunted all over the town to find it, मैं सारा शहर छाण मारिया इनू लभण लई, hunted मैंने छाण मारिया। You will have to look at your watch 100 times a day, ਹੁਣ ਤੇ ਤੈਨੂੰ ਆਪਣੀ ਘੜੀ ਦਿਨ 'ਚ 100 ਵਾਰ ਦੇਖਣੀ ਪਏਗੀ, ਵੀ ਇੰਨਾ ਸੋਹਣੀ ਚੇਨ ਲੱਗ ਜਾਏਗੀ ਜਿਹੜੇ ਦੇ ਨਾਲ। Give me your watch, ਮੈਨੂੰ ਆਪਣੀ ਘੜੀ ਦੇ। I want to see, ਮੈਂ ਦੇਖਣਾ ਚਾਹੁੰਦੀ ਹਾਂ, how it looks on it, ਇਹ ਜਿਹੜੀ ਚੇਨ ਹੈ ਤੇਰੀ ਘੜੀ ਦੇ ਕਿਵੇਂ, ਕਿੰਨੀ ਸੋਹਣੀ ਲੱਗਦੀ ਹੈ, ਕਿਵੇਂ ਫੱਬਦੀ ਹੈ। Said Della to Jim, ਡੈਲਾ ਨੇ ਜਿਮ ਨੂੰ ਕਿਹਾ। ਆਓ ਇਹਦਾ ਕਨਵਰਟ ਕਰੀਏ। ਡੈਲਾ asked him excitedly, ਬੜੀ ਚਹਿਕ ਕੇ ਪੁੱਛਿਆ, उत्साहित होकर पूछा, उत्तेजित होकर पूछा। डेला asked him Jim excitedly if that was not lovely, कि यह सोनी नहीं सी, मतलब चेन सोनी नहीं सी। She further explained, फिर उन्हें वेरवा देता, अपनी कहानी दसी। She further explained that she had hunted all over the town to find that, कि उन्हें उन्हें लभण लई सारा शहर छाण मारिया सी। And now he would have to look at his watch 100 times a day, ते हुण उन्हें अपनी घड़ी नूं दिन 'ਚ 100 ਵਾਰ ਦੇਖਣਾ ਪਏਗਾ। She asked him to give her his watch, ਉਹਨੇ ਉਹਨੂੰ ਕਿਹਾ ਕਿ ਉਹ ਉਹਨੂੰ ਆਪਣੀ ਘੜੀ ਦੇਵੇ। As, ਕਿਉਂਕਿ she wanted to see, ਉਹ ਦੇਖਣਾ ਚਾਹੁੰਦੀ ਸੀ, how it looked on that, ਉਹ ਉੱਤੇ ਕਿਵੇਂ ਲੱਗੇਗੀ, ਕਿਵੇਂ ਦੀ ਦਿਸੇਗੀ। ਸੋ ਬੱਚਿਓ ਇਹ ਜਿਹੜਾ ਹੈ ਇਹ ਬੜਾ ਮਤਲਬ ਕਿ ਇਹ 'ਚ ਥੋੜ੍ਹਾ ਬਹੁਤ ਫਰਕ ਵੀ ਹੋ ਸਕਦਾ, ਜਿੱਦਾਂ ਮੈਂ ਐਕਸਾਈਟਿਡ ਲਿਖਿਆ ਹੈ ਇਹਨੂੰ ਹੋਰ ਢੰਗ ਨਾਲ ਵੀ ਲਿਖਿਆ ਜਾ ਸਕਦਾ ਸੀਗਾ। ਸੋ ਥੋੜ੍ਹਾ ਬਹੁਤ ਫਰਕ ਹੁੰਦਾ, ਪਰ ਖਿਆਲ ਰੱਖਣਾ ਹੈ ਕਿ ਜਿੱਦਾਂ ਇਟ ਦਾ ਦੈਟ ਬਣ ਜਾਂਦਾ ਹੈ, ਜਿੱਦਾਂ ਵਾਂਟ ਦਾ ਵਾਂਟਿਡ ਬਣ ਗਿਆ, ਠੀਕ ਹੈ। ਸ਼ੀ ਹੈਡ, ਹੁਣ ਇਹ ਸੀਗਾ, ਇਹ ਦੇਖੋ ਹੰਟਿਡ ਦਾ ਹੈਡ ਹੰਟਿਡ ਬਣ ਗਿਆ। ਸੋ ਇਹ ਜਿਹੜੀ ਚੀਜ਼ਾਂ ਨੇ ਇਹਦਾ ਥੋੜ੍ਹਾ ਖਿਆਲ ਰੱਖਣਾ। ਦਿਸ ਦਾ ਦੈਟ, ਇਟ ਦਾ ਦੈਟ, ਟਮੋਰੋ ਦਾ ਨੈਕਸਟ ਡੇ ਬਣ ਜਾਂਦਾ ਹੈ, ਯੈਸਟਰਡੇ ਦਾ ਪ੍ਰੀਵੀਅਸ ਡੇ ਬਣ ਜਾਂਦਾ ਹੈ। ਸੋ ਇਹ ਜਿਹੜੀ ਚੀਜ਼ਾਂ ਦਾ ਥੋੜ੍ਹਾ ਖਿਆਲ ਰੱਖਣਾ ਪੈਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡੀ ਗ੍ਰਾਮਰ ਐਕਸਰਸਾਈਜ਼ਿਜ਼ ਆਫ ਲੈਸਨ ਨੰਬਰ 4, ਤੇ ਇਸ ਵੀਡੀਓ ਦੇ ਨਾਲ ਤੁਹਾਡਾ ਲੈਸਨ ਨੰਬਰ 4 ਇੱਥੇ ਹੀ ਸਮਾਪਤ ਹੁੰਦਾ ਹੈ। ਆਉਣ ਵਾਲੀ ਵੀਡੀਓਜ਼ ਵਿੱਚ ਅਸੀਂ ਅਗਲਾ ਕੋਈ ਲੈਸਨ ਜਿਹੜਾ ਪੋਇਟਰੀ ਹੋਏਗੀ ਜਾਂ ਲੈਸਨ ਹੋਏਗਾ ਜਿਹੜਾ ਵੀ ਅੱਗੇ ਚੱਲ ਰਿਹਾ ਹੋਏਗਾ, ਕਿਤਾਬ ਵਿੱਚ ਹੋਏਗਾ, ਉਹ ਅੱਗੇ ਸ਼ੁਰੂ ਕਰਾਂਗੇ। ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ, ਲਗਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।